गुरु रूप प्यारी साध संगत जी, वाहिगुरु जी का खालसा, वाहिगुरु जी की फतेह। प्रोफैसर पूरन सिंह जी ਦੀ ਇੱਕ ਅਮੋਲਕ ਲਿਖਤ ਸ੍ਰੀ ਗੁਰੂ ਗੋਬਿੰਦ ਸਿੰਘ ਦਰਸ਼ਨ ਆਪ ਜੀ ਨੂੰ ਪੜ੍ਹ ਕੇ ਸਰਵਣ ਕਰਾ ਰਹੇ ਸੀ। ਆਓ ਉਸ ਦਾ ਅਗਲਾ ਹਿੱਸਾ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। 10ਵਾਂ ਅੰਕ ਮਹਾਨ ਭਿਕਸ਼ੂ ਹੰਸਾ ਸ੍ਰੀ ਗੁਰੂ ਜੀ ਦਾ ਸਿੱਖ ਸੱਜੇ। ਖਾਲਸਾ ਟਰੈਕਟ ਸੁਸਾਇਟੀ ਵੱਲੋਂ ਪ੍ਰਕਾਸ਼ਿਤ ਬਖਸ਼ਿਸ਼ ਮਹਿਰਮ ਨਾਂ ਦੀ ਪੋਥੀ ਵਿੱਚ ਇਸ ਵਾਰਤਾ ਦਾ ਵਰਣਨ ਕੀਤਾ ਗਿਆ ਹੈ ਕਿ ਇੱਕ ਜੈਨ ਮੁਨੀ ਹੰਸਾ ਗੁਰੂ ਜੀ ਦਾ ਸਿੱਖ ਕਿਵੇਂ ਸਜਿਆ। ਹੰਸਾ ਉਸ ਦਾ ਛੋਟਾ ਨਾਂ ਹੀ ਦਿੱਤਾ ਗਿਆ ਹੈ ਕਿਉਂ ਜੋ ਸਿੱਖ ਇਤਿਹਾਸਕਾਰ ਤੇ ਪਰੰਪਰਾ ਪੂਰੇ ਨਾਵਾਂ ਦਾ ਵਰਣਨ ਨਹੀਂ ਸਨ ਕਰਦੇ। ਇਹ ਜੈਨ ਭਿਕਸ਼ੂ ਉਸ ਰਹੱਸਮਈ ਪ੍ਰਕਾਸ਼ ਦੀ ਢੂੰਡ ਵਿੱਚ ਆਇਆ ਸੀ ਜੋ ਅੰਤਰ ਆਤਮਾ ਵਿੱਚ ਪ੍ਰਜਵਲਿਤ ਹੋ ਕੇ ਜੀਵਨ ਮਾਰਗ ਨੂੰ ਰੋਸ਼ਨੀ ਦਿੰਦਾ ਹੈ। ਹੰਸਾ ਮਹਾਨ ਪੰਡਤ, ਮਹਾਨ ਚਿੱਤਰਕਾਰ ਤੇ ਸੁਪ੍ਰਸਿੱਧ ਜੈਨ ਭਿਕਸ਼ੂ ਸੀ। ਉਹ ਭੇਟਾ ਵਜੋਂ ਗੁਰੂ ਗੋਬਿੰਦ ਸਿੰਘ ਲਈ ਚੜ੍ਹਦੇ ਸੂਰਜ ਦਾ ਚਿੱਤਰ ਬਣਾ ਕੇ ਲਿਆਇਆ, ਪਰ ਉਸ ਪ੍ਰਥਾਏ ਇਹ ਹੁਕਮ ਹੋਇਆ ਕਿ ਉਹ ਗੁਰੂ ਜੀ ਦੇ ਦਰਸ਼ਨ ਨਹੀਂ ਕਰ ਸਕਦਾ। ਕੁਝ ਦਿਨਾਂ ਪਿੱਛੋਂ ਕੁਝ ਸਿੱਖਾਂ ਦੀ ਉਸ ਵਿੱਚ ਦਿਲਚਸਪੀ ਵੱਧ ਗਈ ਤੇ ਉਹਨਾਂ ਨੇ ਬਾਗ ਵਿੱਚ ਚਿੱਤਰ ਅਜਿਹੀ ਥਾਂ ਲਟਕਾ ਦਿੱਤਾ ਜਿੱਥੋਂ ਗੁਰੂ ਜੀ ਜੋ ਕਲਾ ਤੇ ਚਿੱਤਰਕਲਾ ਦੇ ਵੱਡੇ ਪਾਰਖੂ ਤੇ ਸਰਪ੍ਰਸਤਾਂ ਵਿੱਚੋਂ ਸਨ, ਲੰਘਦੇ ਹੋਏ ਉਸ ਨੂੰ ਵੇਖ ਸਕਣ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਚਿੱਤਰ ਨੂੰ ਵੇਖ ਲਿਆ ਤੇ ਬਚਨ ਕੀਤਾ ਕਿ ਚਿੱਤਰ ਤਾਂ ਪ੍ਰਕਾਸ਼ ਨਾਲ ਭਰਪੂਰ ਹੈ, ਪਰ ਚਿੱਤਰਕਾਰ ਦਾ ਦਿਲ ਅੰਧਕਾਰ ਸਰੂਪ ਹੈ। ਉਹ ਬੜਾ ਕਠੋਰ ਚਿੱਤ ਤੇ ਨਿਰਦਈ ਹੈ। ਇਹ ਬਚਨ ਕਰਕੇ ਉਹ ਅੱਗੇ ਚਲੇ ਗਏ ਅਤੇ ਹੋਰ ਕੁਝ ਨਾ ਕਿਹਾ, ਜਿਸ ਦਾ ਮਨੋਰਥ ਸਾਫ਼ ਸੀ ਕਿ ਗੁਰੂ ਜੀ ਨੇ ਆਪਣੇ ਸਿੱਖਾਂ ਨੂੰ ਇਸ ਗੱਲ ਦਾ ਸੰਕੇਤ ਦੇ ਦਿੱਤਾ ਸੀ ਕਿ ਹੰਸਾ ਉਹਨਾਂ ਦੇ ਦਰਸ਼ਨ ਨਹੀਂ ਕਰ ਸਕਦਾ। ਗੁਰੂ ਜੀ ਦੇ ਇਸ ਕਥਨ ਨੇ ਉਹਨਾਂ ਸਿੱਖਾਂ ਨੂੰ ਵੀ ਅਚੰਭੇ ਵਿੱਚ ਪਾ ਦਿੱਤਾ ਜੋ ਹੰਸੇ ਦੇ ਵੱਡੇ ਪ੍ਰਸ਼ੰਸਕਾਂ ਵਿੱਚੋਂ ਸਨ। ਇਸ ਦੌਰਾਨ ਹੰਸਾਂ ਤੇ ਸਿੱਖ ਵਿਦਵਾਨ ਬਾਗ ਵਿੱਚ ਦਰਸ਼ਨ ਦੇ ਗੰਭੀਰ ਮਸਲਿਆਂ ਉੱਪਰ ਵਿਚਾਰ ਵਟਾਂਦਰਾ ਤੇ ਗੋਸ਼ਟੀਆਂ ਕਰਦੇ ਰਹੇ। ਗੁਰੂ ਜੀ ਦੇ ਹੰਸੇ ਪ੍ਰਤੀ ਵਿਪਰੀਤ ਰਵੱਈਏ ਨੂੰ ਕੋਈ ਵੀ ਨਾ ਸਮਝ ਸਕਿਆ। ਫਿਰ ਇੱਕ ਦਿਨ ਗੁਰੂ ਜੀ ਦੇ ਸਿੱਖ ਅਨੰਦਪੁਰ ਵਿਖੇ ਇੱਕ ਪਾਲਕੀ ਉੱਤੇ ਅਜਿਹੇ ਨੌਜਵਾਨ ਨੂੰ ਚੁੱਕ ਕੇ ਲਿਆਏ ਜਿਸ ਦਾ ਪਿੰਜਰ ਹੱਡੀਆਂ ਦੀ ਮੁੱਠੀ ਰਹਿ ਗਿਆ ਸੀ। ਕੁਝ ਚਿਰ ਪਹਿਲਾਂ ਇਹ ਵਿਅਕਤੀ ਬੜਾ ਸੁੰਦਰ ਗੱਭਰੂ ਸੀ। ਆਤਮ ਪ੍ਰਾਸ਼ਚਿਤ ਦੀ ਪ੍ਰਤਿਗਿਆ ਅਧੀਨ ਉਹ ਨਿਤਾਣਗੀ ਦੀ ਹਾਲਤ ਵਿੱਚ ਸੀ ਤੇ ਗੁਰੂ ਜੀ ਨੇ ਉਸ ਨੂੰ ਬੁਲਾ ਭੇਜਿਆ। ਇਹ ਨੌਜਵਾਨ ਜੋ ਹੁਣ ਆਪਣੇ ਵਰਤ ਦੀ ਸਾਧਨਾ ਕਾਰਨ ਅਰਧ ਮੁਰਦਾ ਹਾਲਤ ਵਿੱਚ ਸੀ, ਹੰਸੇ ਨਾਲ ਇਸੇ ਜੈਨ ਆਸ਼ਰਮ ਵਿੱਚ ਕਿਸੇ ਸਮੇਂ ਬ੍ਰਹਮਚਾਰੀ ਜੈਨ ਭਿਕਸ਼ੂ ਦਾ ਜੀਵਨ ਬਿਤਾ ਰਿਹਾ ਸੀ। ਇਸ ਆਸ਼ਰਮ ਦੇ ਕੋਲ ਇੱਕ ਮੁਟਿਆਰ ਵੀ ਰਹਿੰਦੀ ਸੀ ਜਿਸ ਨੂੰ ਬਚਪਨ ਵਿੱਚ ਹੀ ਉਸਦੇ ਮਾਪਿਆਂ ਨੇ ਨੇੜੇ ਦੇ ਜੈਨ ਮੰਦਰ ਵਿੱਚ ਭਿਕਸ਼ਣੀ ਦੇ ਜੀਵਨ ਲਈ ਅਰਪਣ ਕਰ ਦਿੱਤਾ ਸੀ। ਇਹ ਯੁਵਤੀ ਤੇ ਨੌਜਵਾਨ ਇੱਕੋ ਨਗਰ ਦੇ ਰਹਿਣ ਵਾਲੇ ਸਨ ਜਿੱਥੇ ਇਹ ਬਚਪਨ ਵਿੱਚ ਇਕੱਠੇ ਖੇਡਦੇ ਵੱਡੇ ਹੋਏ ਸਨ। ਇਹਨਾਂ ਦੋਹਾਂ ਦਾ ਬਚਪਨ ਤੋਂ ਹੀ ਇੱਕ ਦੂਜੇ ਨਾਲ ਪ੍ਰੇਮ ਸੀ। ਭਾਵੇਂ ਇਹ ਦੋਵੇਂ ਉਸ ਸਮੇਂ ਇਹ ਨਹੀਂ ਸਨ ਜਾਣਦੇ ਕਿ ਪ੍ਰੇਮ ਦੇ ਕੀ ਅਰਥ ਹੁੰਦੇ ਹਨ, ਪਰ ਉਹਨਾਂ ਦੇ ਵਾਰਸਾਂ ਨੇ ਮੁੰਡੇ ਨੂੰ ਆਸ਼ਰਮ ਵਿੱਚ ਭੇਜ ਕੇ ਤੇ ਕੁੜੀ ਨੂੰ ਮੰਦਰ ਵਿੱਚ ਭੇਜ ਕੇ ਵੱਖਰਾ ਕਰ ਦਿੱਤਾ ਸੀ। ਹੰਸਾ ਉਸ ਮੰਦਰ ਦਾ ਮੁੱਖ ਪੁਜਾਰੀ ਸੀ। ਕਈ ਸਾਲ ਇਹ ਨੌਜਵਾਨ ਜੋੜਾ ਇੱਕ ਦੂਜੇ ਨੂੰ ਨਾ ਵੇਖ ਸਕਿਆ। ਫਿਰ ਇੱਕ ਦਿਨ ਜੰਗਲ ਵਿੱਚ ਫੁੱਲ ਤੋੜਦਿਆਂ ਹੋਇਆਂ ਉਹ ਇੱਕ ਦੂਜੇ ਨੂੰ ਮਿਲੇ ਤੇ ਆਪਸ ਵਿੱਚ ਗੱਲਬਾਤ ਕੀਤੀ। ਇਸ ਗੱਲ ਨੂੰ ਆਸ਼ਰਮ ਤੇ ਭਿਕਸ਼ਣੀਆਂ ਦੀ ਮਰਿਆਦਾ ਅਨੁਸਾਰ ਅਪਰਾਧ ਗਿਣਿਆ ਜਾਂਦਾ ਸੀ। ਇਸ ਦੋਸ਼ ਵਿੱਚ ਕੁੜੀ ਦੀਆਂ ਅੱਖਾਂ ਕੱਢ ਦਿੱਤੀਆਂ ਗਈਆਂ। ਨੌਜਵਾਨ ਨੂੰ ਲੰਬੇ ਪ੍ਰਾਸ਼ਚਿਤ ਕਰਨ ਲਈ ਪਹਾੜਾਂ ਵਿੱਚ ਭੇਜਿਆ ਗਿਆ ਜਿੱਥੋਂ ਸਿੱਖਾਂ ਨੇ ਉਸ ਨੂੰ ਬਚਾ ਕੇ ਲੈ ਆਂਦਾ। ਇਸ ਸਾਰੀ ਘਟਨਾ ਲਈ ਹੰਸਾ ਜ਼ਿੰਮੇਵਾਰ ਸੀ। ਕੁੜੀ ਦਾ ਥਹੁ ਪਤਾ ਕੇਵਲ ਹੰਸੇ ਨੂੰ ਹੀ ਸੀ। ਉਸੇ ਨੂੰ ਕੁੜੀ ਨੂੰ ਅਨੰਦਪੁਰ ਲਿਆਉਣ ਲਈ ਆਖਿਆ ਗਿਆ। ਇਸ ਸਮੇਂ ਤੱਕ ਗੁਰੂ ਜੀ ਦੇ ਅਥਾਹ ਪ੍ਰੇਮ ਤੇ ਸਿੱਖਾਂ ਦੀ ਸੇਵਾ ਨੇ ਉਸ ਨੌਜਵਾਨ ਬ੍ਰਹਮਚਾਰੀ ਨੂੰ ਮੁੜ ਅਰੋਗ ਤੇ ਨੌ ਬਰਨੋ ਕਰ ਲਿਆ। ਉਹ ਦੀਵਾਨ ਵਿੱਚ ਬੈਠਾ ਸੀ ਤੇ ਕੀਰਤਨ ਪੂਰੇ ਜੋਬਨ ਵਿੱਚ ਚੱਲ ਰਿਹਾ ਸੀ। ਇਸ ਸਮੇਂ ਉਹ ਨੇਤਰਹੀਣ ਕੁੜੀ ਦੀਵਾਨ ਵਿੱਚ ਹਾਜ਼ਰ ਹੋਈ। ਗੁਰੂ ਜੀ ਨੇ ਉਸ ਉੱਤੇ ਮਿਹਰ ਦੀ ਨਜ਼ਰ ਸੁੱਟੀ ਤੇ ਉਸ ਨੇ ਗੁਰੂ ਜੀ ਵੱਲ ਤੱਕਿਆ। ਗੁਰੂ ਜੀ ਨੇ ਉਸ ਉੱਤੇ ਕਿਰਪਾ ਦ੍ਰਿਸ਼ਟੀ ਕੀਤੀ ਅਤੇ ਉਸ ਨੂੰ ਨਾਮ ਦੇ ਰਾਜ ਯੋਗ ਦੀ ਬਖਸ਼ਿਸ਼ ਕਰ ਦਿੱਤੀ। ਇਸ ਗੱਲ ਦੇ ਲਿਖਤੀ ਪ੍ਰਮਾਣ ਮਿਲਦੇ ਹਨ ਕਿ ਉਸ ਨੂੰ ਉਸ ਦੀ ਦ੍ਰਿਸ਼ਟੀ ਮੁੜ ਪ੍ਰਾਪਤ ਹੋਈ ਅਤੇ ਉਸ ਦੇ ਚਿਹਰੇ ਉੱਤੇ ਦੇਵੀ ਰੋਸ਼ਨੀ ਚਮਕ ਉੱਠੀ। ਗੁਰੂ ਜੀ ਨੂੰ ਅਪਾਰ ਪ੍ਰਸੰਨਤਾ ਹੋਈ ਅਤੇ ਉਹਨਾਂ ਨੇ ਹੁਕਮ ਕੀਤਾ ਕਿ ਇਸ ਨੌਜਵਾਨ ਜੋੜੇ ਦਾ ਤੁਰੰਤ ਆਨੰਦ ਕਾਰਜ ਰਚਾਇਆ ਜਾਵੇ। ਇਸ ਉੱਤੇ ਸਿੱਖਾਂ ਨੂੰ ਬੜੀ ਖੁਸ਼ੀ ਹੋਈ। ਉਸੇ ਦਿਨ ਹੰਸੇ ਨੂੰ ਸਿੰਘ ਸਜਾ ਕੇ ਗੁਰੂ ਜੀ ਦੇ ਖਾਲਸਾ ਪੰਥ ਵਿੱਚ ਦਾਖਲ ਕੀਤਾ ਗਿਆ। ਗੁਰੂ ਜੀ ਪਹਾੜਾਂ ਦੇ ਵੱਖ-ਵੱਖ ਭਾਗਾਂ ਤੇ ਦੌਰੇ ਤੇ ਜਾਂਦੇ ਹੁੰਦੇ ਸਨ। ਨਾਹਨ ਦੇ ਰਾਜੇ ਨੇ ਉਹਨਾਂ ਨੂੰ ਆਪਣੇ ਕੋਲ ਕੁਝ ਸਮਾਂ ਗੁਜ਼ਾਰਨ ਲਈ ਬੇਨਤੀ ਕੀਤੀ। ਗੁਰੂ ਜੀ ਨੇ ਬੇਨਤੀ ਪ੍ਰਵਾਨ ਕਰ ਲਈ ਅਤੇ ਜਮਨਾ ਦੇ ਕੰਢੇ ਜਾ ਡੇਰੇ ਲਾਏ।
ਇਸੇ ਅਸਥਾਨ ਤੇ ਹੁਣ ਸ੍ਰੀ ਪਾਉਂਟਾ ਸਾਹਿਬ ਦਾ ਪਵਿੱਤਰ ਗੁਰੂ ਧਾਮ ਸਥਿਤ ਹੈ। ਦਰਿਆ ਦੇ ਦੂਜੇ ਕੰਢੇ ਦੇ ਨੇੜਿਓਂ ਦੀ ਪੁਰਾਣੀ ਜਰਨੈਲੀ ਸੜਕ ਸ੍ਰੀ ਨਗਰ ਨੂੰ ਜਾਂਦੀ ਹੈ, ਜਿਸ ਦੇ ਉੱਤੇ ਕਲਸੀ ਦੇ ਸਥਾਨ ਵਿਖੇ ਅਸ਼ੋਕ ਦਾ ਸਤੰਭ ਗੱਡਿਆ ਹੋਇਆ ਹੈ। ਇਸ ਅਸਥਾਨ ਤੇ ਗੁਰੂ ਜੀ ਕਈ ਮਹੀਨੇ ਰਹੇ। ਇੱਥੇ ਉਹਨਾਂ ਨੇ ਆਪਣੇ ਸਿੱਖਾਂ ਨੂੰ ਤੀਰਅੰਦਾਜ਼ੀ ਤੇ ਬੰਦੂਕ ਦੀ ਨਿਸ਼ਾਨੇਬਾਜ਼ੀ ਦਾ ਅਭਿਆਸ ਕਰਵਾਇਆ। ਇੱਥੋਂ ਗੁਰੂ ਜੀ ਸ੍ਰੀ ਰਾਮ ਰਾਏ ਜੀ ਦੀ ਵਿਧਵਾ ਪੰਜਾਬ ਕੌਰ ਨੂੰ ਮਿਲਣ ਅਤੇ ਉਸ ਦੇ ਮਾਮਲੇ ਨਜਿੱਠਣ ਲਈ ਦੇਹਰਾਦੂਨ ਚਲੇ ਗਏ। 11ਵਾਂ ਅੰਕ ਨਾਹਨ ਦੇ ਰਾਜੇ ਦੀ ਸਪੁੱਤਰੀ ਪਦਮਾ। ਰਵਾਲਸਰ ਵਿਖੇ ਪਹਾੜੀ ਰਾਜਿਆਂ ਦੀ ਬੜੀ ਭਾਰੀ ਇਕੱਤਰਤਾ ਹੋਈ। ਇੱਥੇ ਉਹਨਾਂ ਨੇ ਗੁਰੂ ਸਾਹਿਬ ਨੂੰ ਝੀਲ ਦੇ ਆਲੇ ਦੁਆਲੇ ਦੀ ਵਾਦੀ ਦੀ ਸੁੰਦਰਤਾ ਨੂੰ ਵੇਖਣ ਲਈ ਬੇਨਤੀ ਕੀਤੀ ਸੀ। ਗੁਰੂ ਜੀ ਆਪਣੇ ਸਿੱਖਾਂ ਨਾਲ ਉੱਥੇ ਗਏ। ਰਾਜੇ ਵੀ ਆਪਣੀਆਂ ਰਾਣੀਆਂ ਨਾਲ ਉੱਥੇ ਆਏ। ਇਹਨਾਂ ਸਭ ਨੂੰ ਗੁਰੂ ਜੀ ਨੇ ਨਿੱਜੀ ਤੌਰ ਤੇ ਦਰਸ਼ਨਾਂ ਦਾ ਸੁਭਾਗ ਬਖਸ਼ਿਆ। ਇੱਥੇ ਹੀ ਨਾਹਨ ਦੇ ਰਾਜੇ ਦੀ ਸਪੁੱਤਰੀ ਪਦਮਾ ਨੇ ਗੁਰੂ ਜੀ ਦੇ ਦਰਸ਼ਨ ਦੀਦਾਰ ਕੀਤੇ ਅਤੇ ਸਿੱਖੀ ਮਾਰਗ ਨੂੰ ਧਾਰਨ ਕੀਤਾ। ਪਦਮਾ ਦੀ ਗੁਰੂ ਜੀ ਪ੍ਰਤੀ ਸ਼ਰਧਾ ਨੇ ਬਹੁਤ ਹੀ ਮਾਰੂ ਮੋੜਾ ਲਿਆ। ਉਸ ਦੀ ਸੂਖਮ ਆਤਮਾ ਵਿੱਚ ਗੁਰੂ ਜੀ ਵੱਲੋਂ ਬਖਸ਼ੀ ਗਈ ਜੋਤ ਪੂਰਨ ਤੌਰ ਤੇ ਰਚ ਚੁੱਕੀ ਸੀ, ਪਰ ਪਦਮਾ ਨੂੰ ਨਾਹਨ ਵਾਪਸ ਜਾਣਾ ਹੀ ਚਾਹੀਦਾ ਸੀ। ਇਹ ਅਫਵਾਹਾਂ ਆਮ ਸਨ ਕਿ ਔਰੰਗਜ਼ੇਬ ਪਹਾੜੀ ਰਾਜਿਆਂ ਨੂੰ ਗੁਰੂ ਜੀ ਵਿਰੁੱਧ ਲੜਨ ਤੇ ਖਾਲਸਾ ਪੰਥ ਨੂੰ ਮਲੀਆਮੇਟ ਕਰਨ ਲਈ ਮਜਬੂਰ ਕਰ ਰਿਹਾ ਹੈ। ਪਦਮਾ ਨੂੰ ਇਹ ਸੂਹ ਆਪਣੇ ਪਿਤਾ ਕੋਲੋਂ ਮਿਲੀ ਅਤੇ ਉਹ ਇਸ ਖਤਰੇ ਨੂੰ ਟਾਲਣਾ ਚਾਹੁੰਦੀ ਸੀ, ਪਰ ਬਹੁਤੇ ਰਾਜੇ ਔਰੰਗਜ਼ੇਬ ਦੀ ਹੁਕਮ ਅਦੂਲੀ ਕਰਨ ਦਾ ਹੌਸਲਾ ਨਹੀਂ ਸਨ ਰੱਖਦੇ। ਨਾਹਨ ਛੋਟੀ ਜਿਹੀ ਰਿਆਸਤ ਸੀ, ਜਿਸ ਦੀ ਇਸ ਵਿੱਚ ਬਹੁਤੀ ਵਕਤ ਨਹੀਂ ਸੀ। ਬਿਲਾਸਪੁਰ ਦਾ ਰਾਜਾ ਗੁਰੂ ਜੀ ਦੀ ਚੜ੍ਹਦੀ ਕਲਾ ਨੂੰ ਵੇਖ ਕੇ ਸਾੜਾ ਖਾਂਦਾ ਸੀ। ਪਦਮਾ ਨੂੰ ਇਸ ਗੱਲ ਦਾ ਪਤਾ ਸੀ ਕਿ ਰਵਾਲਸਰ ਵਿਖੇ ਜੁੜੇ ਧੋਖੇਬਾਜ਼, ਸੱਦਾ ਭੇਜਣ ਵਾਲੇ ਰਾਜਿਆਂ ਤੇ ਅਦੁੱਤੀ ਸ਼ਾਨ ਵਾਲੇ ਮਹਿਮਾਨ ਗੁਰੂ ਜੀ ਦਾ ਯੁੱਧ ਅਟਲ ਹੈ। ਜਦੋਂ ਪਦਮਾ ਗੁਰੂ ਜੀ ਤੋਂ ਵਿਦਾਇਗੀ ਲੈਣ ਲੱਗੀ ਤਾਂ ਉਸਨੇ ਬੇਨਤੀ ਕੀਤੀ ਕਿ ਗੁਰੂ ਜੀ ਵਿਰੁੱਧ ਇਸ ਜੰਗ ਨੂੰ ਵੇਖਣ ਤੋਂ ਪਹਿਲਾਂ ਇਸ ਸੰਸਾਰ ਤੋਂ ਕੂਚ ਕਰ ਜਾਵਾਂ। ਗੁਰੂ ਜੀ ਨੇ ਨਾਹਨ ਦੀ ਰਾਣੀ ਪਦਮਾ ਦੀ ਮਾਤਾ ਨੂੰ ਦੱਸ ਦਿੱਤਾ ਸੀ ਕਿ ਉਹਨਾਂ ਦੀ ਹੋਣਹਾਰ ਸਪੁੱਤਰੀ ਦੇ ਆਯੂ ਦੇ ਥੋੜੇ ਦਿਨ ਹੀ ਬਾਕੀ ਰਹਿ ਗਏ ਸਨ। ਇਸੇ ਤਰ੍ਹਾਂ ਹੀ ਹੋਇਆ। ਗੁਰੂ ਜੀ ਦੇ ਰਵਾਲਸਰ ਤੋਂ ਤੁਰ ਜਾਣ ਤੋਂ ਥੋੜਾ ਚਿਰ ਪਿੱਛੋਂ ਹੀ ਪਦਮਾ ਚਲਾਣਾ ਕਰ ਗਈ ਅਤੇ ਉਸਨੇ ਪਹਾੜੀ ਰਾਜਿਆਂ ਵੱਲੋਂ ਗੁਰੂ ਜੀ ਨਾਲ ਕੀਤੀ ਗਈ ਲੜਾਈ ਨੂੰ ਆਪਣੀ ਅੱਖੀਂ ਨਹੀਂ ਵੇਖਿਆ। 12ਵਾਂ ਅੰਕ ਮੁਗਲ ਸੰਤਨਤ ਦੇ ਹੱਥ ਠੋਕ ਕੇ ਪਹਾੜੀ ਰਾਜੇ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਔਰੰਗਜ਼ੇਬ ਦੀ ਖੋਟੀ ਨੀਅਤ ਦਾ ਪਤਾ ਲੱਗ ਚੁੱਕਾ ਸੀ। ਇਹ ਗੱਲ ਵੀ ਪ੍ਰਗਟ ਹੋ ਗਈ ਸੀ ਕਿ ਉਹ ਪਹਾੜੀ ਰਾਜਿਆਂ ਨੂੰ ਗੁਰੂ ਜੀ ਵਿਰੁੱਧ ਖੜਾ ਕਰ ਰਿਹਾ ਹੈ, ਪਰ ਆਨੰਦ ਦੀ ਨਗਰੀ ਦੀ ਸ਼ਾਂਤੀ ਨੂੰ ਕੋਈ ਗੱਲ ਵੀ ਭੰਗ ਨਹੀਂ ਸੀ ਕਰ ਸਕਦੀ। ਅਸਾਮ ਦਾ ਰਾਜਾ ਗੁਰੂ ਧਾਮ ਦੀ ਯਾਤਰਾ ਕਰਨ ਆਇਆ। ਹੋਰ ਦੁਰਲਭ ਤੇ ਕੀਮਤੀ ਵਸਤਾਂ ਤੋਂ ਬਿਨਾਂ ਉਸਨੇ ਗੁਰੂ ਜੀ ਨੂੰ ਭੇਟਾ ਕਰਨ ਲਈ ਪ੍ਰਸਾਦੀ ਨਾਂ ਦਾ ਸਿੱਖਿਆਤ ਹਾਥੀ ਲਿਆਂਦਾ। ਇਸ ਹਾਥੀ ਦੇ ਸੁੰਡ ਤੋਂ ਲੈ ਕੇ ਪਿੱਠ ਤੇ ਪੂੰਛ ਤੱਕ ਚਿੱਟੀ ਧਾਰੀ ਸੀ। ਇਸ ਨੂੰ ਸੁੰਡ ਵਿੱਚ ਪੱਖਾ ਫੜ ਕੇ ਝੱਲਣ ਤੇ ਕਈ ਹੋਰ ਕਰਤੱਵ ਕਰਨ ਦੀ ਸਿੱਖਿਆ ਦਿੱਤੀ ਗਈ ਸੀ। ਬਿਲਾਸਪੁਰ ਦੇ ਰਾਜੇ ਨੇ, ਜਿਸ ਦੇ ਇਲਾਕੇ ਵਿੱਚ ਗੁਰੂ ਜੀ ਦੀ ਨਗਰੀ ਵਸੀ ਹੋਈ ਸੀ, ਗੁਰੂ ਜੀ ਤੋਂ ਇਸ ਹਾਥੀ ਨੂੰ ਮੰਗਾ ਭੇਜਿਆ, ਪਰ ਗੁਰੂ ਜੀ ਨੇ ਹਾਥੀ ਨੂੰ ਦੇਣਾ ਇੱਕ ਸ਼ਰਧਾਵਾਨ ਸੇਵਕ ਦੀ ਸ਼ਰਧਾ ਦਾ ਅਨਾਦਰ ਜਾਤਾ ਅਤੇ ਹਾਥੀ ਦੇਣ ਤੋਂ ਇਨਕਾਰ ਕਰ ਦਿੱਤਾ। ਰਿਆਸਤ ਦੇ ਜੰਗਲ ਵਿੱਚ ਖਾਲਸਾ ਬਾਲਣ ਲੈਣ ਲਈ ਜਾਂਦਾ ਹੁੰਦਾ ਸੀ ਅਤੇ ਕਈ ਵਾਰ ਪਹਾੜੀ ਰਾਜੇ ਦੇ ਬੰਦਿਆਂ ਨਾਲ ਖਾਲਸੇ ਦੀਆਂ ਝੜਪਾਂ ਵੀ ਹੋ ਚੁੱਕੀਆਂ ਸਨ, ਪਰ ਰਾਜਿਆਂ ਨੂੰ ਅਨੰਦਪੁਰ ਵਿਖੇ ਛੇੜਨ ਦਾ ਕਦੀ ਹੌਸਲਾ ਨਹੀਂ ਸੀ ਪਿਆ। ਉਹ ਗੁਰੂ ਜੀ ਦੇ ਸੇਵਕਾਂ ਦੀਆਂ ਤਲਵਾਰਾਂ ਦੇ ਸਵਾਦ ਨੂੰ ਪਹਿਲਾਂ ਹੀ ਚੱਖ ਚੁੱਕੇ ਸਨ ਅਤੇ ਉਹਨਾਂ ਦਾ ਇਹੀ ਮਤ ਬਣਿਆ ਸੀ ਕਿ ਖਾਲਸੇ ਨੂੰ ਇਕੱਲਾ ਹੀ ਵਿਚਰਨ ਦਿੱਤਾ ਜਾਵੇ, ਪਰ ਆਸ ਤੋਂ ਬਾਹਰ ਹੀ ਨਵੀਂ ਬਿਪਤਾ ਆ ਬਣੀ। ਜਦੋਂ ਗੁਰੂ ਜੀ ਪਾਉਂਟਾ ਵਿਖੇ ਵਿਸਰਾਮ ਕਰ ਰਹੇ ਸਨ ਤਾਂ ਪਹਾੜੀ ਰਾਜਿਆਂ ਨੇ ਇਕੱਠੇ ਹੋ ਕੇ ਉਹਨਾਂ ਉੱਤੇ ਹੱਲਾ ਬੋਲ ਦਿੱਤਾ। ਉਹਨਾਂ ਦਾ ਖਿਆਲ ਸੀ ਕਿ ਉਹ ਗੁਰੂ ਜੀ ਨੂੰ ਅਚਾਨਕ ਹੀ ਘੇਰ ਕੇ ਕੈਦੀ ਬਣਾ ਲੈਣਗੇ। ਗੁਰੂ ਜੀ ਦੇ 94 ਜਵਾਨਾਂ ਤੇ ਪਹਾੜੀ ਰਾਜਿਆਂ ਵਿਚਕਾਰ ਭਾਰੀ ਲੜਾਈ ਹੋਈ। ਪਹਾੜੀ ਰਾਜਿਆਂ ਦੀ ਹਾਰ ਹੋਈ, ਪਰ ਸ਼ਾਹੀ ਧਾੜਾਂ ਵੀ ਉਹਨਾਂ ਨਾਲ ਆ ਰਲੀਆਂ। ਉਹਨਾਂ ਨੇ ਗੁਰੂ ਜੀ ਨਾਲ ਕਈ ਹੋਰ ਟੱਕਰਾਂ ਲਈਆਂ, ਪਰ ਸਾਰੀਆਂ ਵਿੱਚ ਉਹਨਾਂ ਨੂੰ ਮੂੰਹ ਦੀ ਖਾਣੀ ਪਈ। ਸਡੋਰੇ ਦਾ ਪੀਰ ਬੁੱਧੂ ਸ਼ਾਹ ਗੁਰੂ ਜੀ ਵੱਲੋਂ ਲੜਨ ਲਈ ਆਇਆ। ਇੱਕ ਲੜਾਈ ਵਿੱਚ ਉਸਦੇ 2 ਲੜਕੇ ਤੇ ਕਈ ਮੁਰੀਦ ਸ਼ਹੀਦ ਹੋ ਗਏ। ਪੀਰ ਬੁੱਧੂ ਸ਼ਾਹ ਗੁਰੂ ਮਹਾਰਾਜ ਦਾ ਅਨੰਨ ਭਗਤ ਸੀ ਤੇ ਆਪਣੇ ਧਿਆਨ ਵਿੱਚ ਸਦਾ ਗੁਰੂ ਚਰਨਾਂ ਨਾਲ ਲਿਵ ਜੋੜੀ ਰੱਖਦਾ ਸੀ। ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਆਪ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।